ਹੈਲੋ ਸਟੂਡੈਂਟਸ, ਅੱਜ ਆਪਾਂ ਕੇਨਜ਼ੀਅਨ ਮਾਡਲ ਆਫ ਇਨਕਮ ਐਂਡ ਇੰਪਲਾਇਮੈਂਟ ਨੂੰ ਡਾਇਗਰਾਮ ਨਾਲ ਐਕਸਪਲੇਨ ਕਰਾਂਗੇ। ਕੇਨਜ਼ ਦੇ ਅਕੋਰਡਿੰਗ ਇੰਪਲਾਇਮੈਂਟ ਤੇ ਇਨਕਮ ਲੈਵਲ ਉੱਥੇ ਡਿਟਰਮਿਨ ਹੁੰਦਾ ਹੈ ਜਿੱਥੇ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਸੇਵਿੰਗ ਇਨਵੈਸਟਮੈਂਟ ਦੇ ਬਰਾਬਰ ਹੁੰਦਾ ਹੈ। ਇਸ ਨੂੰ ਆਪਾਂ ਡਾਇਗਰਾਮ ਨਾਲ ਸ਼ੋਅ ਕਰਦੇ ਹਾਂ। ਇਹ ਡਾਇਗਰਾਮ ਦੇ ਵਿੱਚ ਐਕਸ ਐਕਸਿਸ ਤੇ ਇਨਕਮ, ਵਾਈ ਐਕਸਿਸ ਤੇ ਕੰਜ਼ੰਪਸ਼ਨ ਇਨਕਮ ਨੂੰ ਕੰਜ਼ੰਪਸ਼ਨ ਤੇ ਇਨਵੈਸਟਮੈਂਟ ਨੂੰ ਸ਼ੋਅ ਕੀਤਾ ਹੈ। ਇਹ 45 ਡਿਗਰੀ ਦਾ ਐਗਰੀਗੇਟ ਸਪਲਾਈ ਕਰਵ ਹੈ। ਇਸ ਨੂੰ ਨੈਸ਼ਨਲ ਇਨਕਮ ਕਰਵ ਵੀ ਕਿਹਾ ਜਾਂਦਾ ਹੈ। ਇਹ ਪੋਜੀਟਿਵ ਸਲੋਪ ਵਾਲਾ ਹੈ। ਦੂਜਾ ਕਰਵ ਹੈ ਕੰਜ਼ੰਪਸ਼ਨ ਕਰਵ। ਇਹ ਵਾਈ ਐਕਸਿਸ ਤੋਂ ਸਟਾਰਟ ਹੋ ਰਿਹਾ। ਇਹ ਹੈ ਕੰਜ਼ੰਪਸ਼ਨ ਕਰਵ। ਇਹ ਵਾਈ ਐਕਸਿਸ ਦੇ C0 ਪੁਆਇੰਟ ਤੋਂ ਸਟਾਰਟ ਹੋ ਰਿਹਾ। O ਤੋਂ ਲੈ ਕੇ C0 ਤੱਕ ਕੰਜ਼ੰਪਸ਼ਨ ਹੈ ਜਿਹੜਾ ਇਹ ਆਟੋਨਮਸ ਕੰਜ਼ੰਪਸ਼ਨ ਹੈ, ਇਨਕਮ ਲੈਵਲ ਤੋਂ ਇੰਡੀਪੈਂਡੈਂਟ ਹੈ। ਜਦੋਂ ਕੰਜ਼ਿਊਮਰ ਦੀ ਇਨਕਮ 0 ਹੁੰਦੀ ਹੈ ਉਦੋਂ ਵੀ C0 ਦੇ ਬਰਾਬਰ ਕੰਜ਼ਿਊਮ ਕਰਦਾ ਰਹਿੰਦਾ। ਇਹ ਕੰਜ਼ੰਪਸ਼ਨ ਉਹ ਆਪਣੀਆਂ ਬਚਤਾਂ ਕਢਵਾ ਕੇ ਜਾਂ ਕਿਸੇ ਤੋਂ ਬਚਤਾਂ ਉਧਾਰ ਲੈ ਕੇ ਵੀ ਕੰਜ਼ਿਊਮ ਕਰ ਸਕਦਾ। ਇਨਕਮ ਲੈਵਲ ਦੇ ਨਾਲ ਨਾਲ ਕੰਜ਼ੰਪਸ਼ਨ ਵੱਧਦਾ ਜਾਂਦਾ, ਇਸ ਕਰਕੇ ਇਹ ਕੰਜ਼ੰਪਸ਼ਨ ਕਰਵ ਪੋਜੀਟਿਵ ਸਲੋਪ ਵਾਲਾ ਹੈ। ਪਰ ਇਹਦੇ 'ਚ ਓਨਾ ਵਾਧਾ ਨਹੀਂ ਹੁੰਦਾ ਜਿੰਨਾ ਇਨਕਮ 'ਚ ਵਾਧਾ ਹੁੰਦਾ, ਕਿਉਂਕਿ ਜਿਵੇਂ ਜਿਵੇਂ ਕੰਜ਼ਿਊਮਰ ਦੀ ਇਨਕਮ ਵੱਧਦੀ ਜਾਂਦੀ ਹੈ ਉਹ ਕੰਜ਼ੰਪਸ਼ਨ ਨੂੰ ਵਧਾਉਂਦਾ ਹੈ ਅਤੇ ਨਾਲ ਨਾਲ ਸੇਵਿੰਗ ਨੂੰ ਵਧਾਉਣਾ ਵੀ ਸ਼ੁਰੂ ਕਰ ਦਿੰਦਾ, ਸੇਵਿੰਗ ਵੀ ਕਰਨੀ ਸ਼ੁਰੂ ਕਰ ਦਿੰਦਾ। ਇੱਥੇ ਇਹ ਪੁਆਇੰਟ ਹੈ ਜਿਹੜਾ ਇੱਥੇ ਸੇਵਿੰਗ 0 ਹੈ। ਇਸ ਪੁਆਇੰਟ ਦੇ ਉੱਤੇ ਸੇਵਿੰਗ 0 ਹੈ ਕਿਉਂਕਿ ਇੱਥੇ ਇਨਕਮ ਅਤੇ ਕੰਜ਼ੰਪਸ਼ਨ ਇੱਕ ਦੂਜੇ ਦੇ ਬਰਾਬਰ ਹੈ। ਮੰਨ ਲਓ ਇੱਥੇ ਕੰਜ਼ਿਊਮਰ ਦੀ ਇਨਕਮ 100 ਰੁਪਇਆ ਹੈ ਅਤੇ ਉਹ ਕੰਜ਼ਿਊਮ ਵੀ 100 ਰੁਪਇਆ ਹੀ ਕਰ ਰਿਹਾ, ਇਸ ਕਰਕੇ ਇੱਥੇ ਉਹਦੀ ਸੇਵਿੰਗ 0 ਦੇ ਬਰਾਬਰ ਹੈ। ਸੇਵਿੰਗ ਇਜ਼ ਇਕੁਅਲ ਟੂ ਵਾਈ ਮਾਈਨਸ ਸੀ ਹੁੰਦਾ। ਇਨਕਮ ਵਾਈ ਹੈ ਜਿਹੜੀ ਇਹ 100 ਹੈ, ਕੰਜ਼ੰਪਸ਼ਨ ਵੀ 100 ਹੈ, ਇਸ ਕਰਕੇ ਸੇਵਿੰਗ 0 ਹੈ। ਇਸ ਪੁਆਇੰਟ ਨੂੰ ਆਪਾਂ Y0 ਇਨਕਮ ਲੈਵਲ ਲੈ ਲੈਂਦੇ ਹਾਂ। ਇਹ ਇਨਕਮ ਦਾ Y0 ਲੈਵਲ ਹੈ ਜਦੋਂ ਕੰਜ਼ਿਊਮਰ ਦੀ ਸੇਵਿੰਗ 0 ਹੈ। ਇਸ ਤੋਂ ਪਹਿਲਾਂ ਉਹਦੀ ਸੇਵਿੰਗ ਨੈਗੇਟਿਵ ਹੈ। ਉਹ ਜਿੰਨੀ ਉਹਦੀ ਇਨਕਮ ਹੈ ਉਸ ਨਾਲੋਂ ਜ਼ਿਆਦਾ ਕੰਜ਼ੰਪਸ਼ਨ ਕਰ ਰਿਹਾ। ਇਨਕਮ ਉਹਦੀ 0 ਹੈ, ਕੰਜ਼ੰਪਸ਼ਨ C0 ਹੈ। ਇਨਕਮ ਇੱਥੇ ਉਹਦੀ ਇੰਨੀ ਹੈ, ਕੰਜ਼ੰਪਸ਼ਨ ਇੰਨਾ ਕਰ ਰਿਹਾ। ਇਨਕਮ ਇੰਨੀ ਹੈ ਅਤੇ ਕੰਜ਼ੰਪਸ਼ਨ ਉਹ ਇੰਨਾ ਕਰ ਰਿਹਾ, ਇਸ ਕਰਕੇ ਇੱਥੇ ਉਹਦੀ ਇਨਕਮ ਅਤੇ ਕੰਜ਼ੰਪਸ਼ਨ ਦੇ ਵਿੱਚ ਗੈਪ ਹੈ, ਤਾਂ ਹੀ ਕਰਕੇ ਇੱਥੇ ਉਹਦੀ ਸੇਵਿੰਗ ਹੈ ਜਿਹੜੀ ਉਹ ਨੈਗੇਟਿਵ ਹੈ। ਇਸ ਤੋਂ ਅਗਲੇ ਪੁਆਇੰਟ 'ਤੇ ਉਹ ਇਨਕਮ ਅਤੇ ਕੰਜ਼ੰਪਸ਼ਨ ਦੇ ਵਿੱਚ ਡਿਫਰੈਂਸ ਵੱਧਦਾ ਜਾ ਰਿਹਾ। ਇੱਥੇ ਉਹਦੀ ਸੇਵਿੰਗ ਪੋਜੀਟਿਵ ਹੋ ਰਹੀ ਹੈ, ਸੇਵਿੰਗ ਕਰਨੀ ਸ਼ੁਰੂ ਕਰਤੀ। ਇੰਨਾ ਗੈਪ ਹੈ ਜਿਹੜਾ ਇਹ ਪੋਜੀਟਿਵ ਸੇਵਿੰਗ ਨੂੰ ਸ਼ੋਅ ਕਰ ਰਿਹਾ। ਹੁਣ ਆਪਾਂ ਇਸੇ ਦੇ ਕੋਰਸਪੋਂਡਿੰਗ ਇਸ ਦੇ ਸਾਹਮਣੇ B ਡਾਇਗਰਾਮ 'ਤੇ ਇਹੀ ਲੈਵਲ ਇਨਕਮ ਦਾ ਸ਼ੋਅ ਕਰਾਂਗੇ। Y0 ਲੈਵਲ ਹੈ ਜਦੋਂ ਇਨਕਮ ਦਾ, ਉਦੋਂ ਕੰਜ਼ਿਊਮਰ ਦੀ ਸੇਵਿੰਗ 0 ਹੈ। ਇਸ ਕਰਕੇ ਸੇਵਿੰਗ ਕਰੋ ਇੱਥੋਂ ਇਹਦੇ ਵਿੱਚ ਦੀ ਨਿਕਲਦਾ ਹੋਇਆ ਜਾਂ ਵਿੱਚ ਦੀ ਜਾਂਦਾ ਹੋਇਆ ਦਿਖਾਵਾਂਗੇ, ਸ਼ੋਅ ਕਰਾਂਗੇ। ਇਹ ਹੈ ਸੇਵਿੰਗ ਕਰੋ। ਸੇਵਿੰਗ ਕਰਵ ਪੋਜੀਟਿਵ ਸਲੋਪ ਵਾਲਾ ਹੁੰਦਾ। ਸੇਵਿੰਗ ਇਜ਼ ਅ ਫੰਕਸ਼ਨ ਆਫ ਇਨਕਮ। ਸੇਵਿੰਗ ਵੀ ਇਨਕਮ ਦੇ ਉੱਤੇ ਡਿਪੈਂਡ ਕਰਦੀ ਹੈ। ਸੇਵਿੰਗ ਦਾ ਅਤੇ ਇਨਕਮ ਦਾ ਆਪਸ ਦੇ ਵਿੱਚ ਪੋਜੀਟਿਵ ਰਿਲੇਸ਼ਨ ਹੁੰਦਾ। ਜਿਵੇਂ ਜਿਵੇਂ ਕੰਜ਼ਿਊਮਰ ਦੀ ਇਨਕਮ ਵੱਧਦੀ ਹੈ ਉਵੇਂ ਉਵੇਂ ਉਹਦੀ ਸੇਵਿੰਗ ਵੀ ਵੱਧਦੀ ਜਾਂਦੀ ਹੈ। ਤਾਂ ਇਹ ਡਾਇਗਰਾਮ ਤੁਸੀਂ ਜਿੱਥੇ ਸੇਵਿੰਗ 0 ਹੈ ਉਸ ਨਿਚਲੇ ਡਾਇਗਰਾਮ 'ਚ ਵੀ ਉੱਥੇ ਹੀ ਤੁਸੀਂ ਸੇਵਿੰਗ ਨੂੰ 0 ਦਿਖਾਉਣਾ। ਬਾਕੀ ਦਾ ਇਹ ਪੋਜੀਟਿਵ ਸਲੋਪ ਵਾਲਾ ਕਰਵ ਹੈ। ਇੱਥੋਂ ਤੁਸੀਂ ਇੱਧਰ ਨੂੰ ਲੈ ਜਾਓ ਇਸ ਨੂੰ ਅਤੇ ਇੱਧਰੋਂ ਇੱਧਰ ਨੂੰ ਕਰ ਦਿਓ। ਹਾਂ ਵੀ ਹੁਣ ਆਪਾਂ ਦੇਖਣਾ ਵੀ ਇਕੁਇਲਿਬਰੀਅਮ ਲੈਵਲ ਆਫ ਇਨਕਮ ਅਤੇ ਇੰਪਲਾਇਮੈਂਟ ਕਿੱਥੇ ਹੁੰਦਾ। ਇਹਦੇ ਵਾਸਤੇ ਆਪਾਂ ਨੂੰ ਐਗਰੀਗੇਟ ਡਿਮਾਂਡ ਕਰਵ ਦੀ ਵੀ ਜ਼ਰੂਰਤ ਪਊਗੀ। ਐਗਰੀਗੇਟ ਡਿਮਾਂਡ ਕਰਵ ਕੀ ਹੁੰਦਾ? ਐਗਰੀਗੇਟ ਡਿਮਾਂਡ ਦੇ ਵਿੱਚ ਦੋ ਚੀਜ਼ਾਂ ਸ਼ਾਮਿਲ ਹੁੰਦੀਆਂ। ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ C+I। ਇਹਦੇ 'ਚ ਆਪਾਂ ਇਨਵੈਸਟਮੈਂਟ ਨੂੰ ਵੀ ਸ਼ਾਮਿਲ ਕਰਾਂਗੇ, ਇਨਵੈਸਟਮੈਂਟ ਨੂੰ ਜੋੜ ਦਿਆਂਗੇ। ਤਾਂ ਇਨਵੈਸਟਮੈਂਟ ਕਰਵ ਆਪਾਂ ਇਸ ਤਰ੍ਹਾਂ ਬਣਾਉਣੇ ਆ। ਐਕਸ ਐਕਸਿਸ 'ਤੇ ਇਨਕਮ, ਵਾਈ ਐਕਸਿਸ 'ਤੇ ਇਨਵੈਸਟਮੈਂਟ ਹੈ। ਇਹ ਪਬਲਿਕ ਸੈਕਟਰ ਦਾ ਇਨਵੈਸਟਮੈਂਟ ਹੈ, ਗੌਰਮੈਂਟ ਦਾ ਇਨਵੈਸਟਮੈਂਟ ਹੈ। ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਚੇਂਜ ਨਹੀਂ ਹੁੰਦਾ। ਇਨਕਮ ਦੇ ਚੇਂਜ ਨੂੰ ਦੇਖ ਕੇ ਇਨਕਮ ਚਾਹੇ 0 ਹੈ, ਚਾਹੇ Y0 ਹੈ, ਚਾਹੇ Y1 ਹੈ, ਇਨਵੈਸਟਮੈਂਟ I0 ਦੇ ਬਰਾਬਰ ਹੀ ਹੁੰਦਾ ਰਹੂਗਾ। ਜਿਵੇਂ ਆਪਾਂ ਟੇਬਲ 'ਚ ਅਜ਼ਿਊਮ ਕੀਤਾ ਸੀ I0 ਇਜ਼ ਇਕੁਅਲ ਟੂ 20 ਦੇ ਬਰਾਬਰ ਇਸ ਨੂੰ ਅਜ਼ਿਊਮ ਕੀਤਾ ਸੀ। ਇਨਵੈਸਟਮੈਂਟ 20 ਰਹੂਗਾ ਜਾਂ I0 ਰਹੂਗਾ। ਇਨਕਮ ਦਾ ਲੈਵਲ ਚਾਹੇ 0 ਹੈ, ਚਾਹੇ Y0 ਹੈ, ਚਾਹੇ Y1 ਹੈ।
तो पब्लिक इन्वेस्टमेंट है, गौरमेंट इन्वेस्टमेंट है, ये प्रॉफिट लेवल तो इनकम लेवल तो इंडिपेंडेंट हुंदा है। सरकार ने जिन्ना इन्वेस्टमेंट मिथ्या हुंदा है उन्ना इन्वेस्टमेंट वो करती रहिंदी है। इस करके इन्वेस्टमेंट कर्व OX एक्सिस दे पैरेलल हुंदा है। ये इन्वेस्टमेंट कर्व है, ये X एक्सिस दे पैरेलल है। इनकम चाहे 0 है, चाहे Y0 है, चाहे Y1 है, इन्वेस्टमेंट I0 के बराबर ही होंदा रहूगा जां B के बराबर होंदा रहूगा, ये कोई चेंज नहीं होगा। तो इत्थों आपां नूं इन्वेस्टमेंट कर्व का पता लग गया। इन्वेस्टमेंट कर्व इस तरह का होंदा है। हुण इहदे च कंजम्पशन कर्व दे विच जे इन्वेस्टमेंट नूं जोड़ दईए तो कंजम्पशन कर्व उपर नूं शिफ्ट हो जाऊगा। जिन्ना इहदे च आपां इन्वेस्टमेंट जोड़िया उन्ना ही यह उपर नूं शिफ्ट हो जाऊगा। तो C+I हो गया। एग्रीगेट डिमांड इज इक्वल टू C+I। इन्ना इन्वेस्टमेंट ये जोड़ता, इन्ना इन्वेस्टमेंट ऐड हो गया, इक्को जिहा इन्वेस्टमेंट सारे ऐड होया, इस करके ये एक पैरेलल ही शिफ्ट होया। सी कर्व दे जां कंजम्पशन कर्व दे पैरेलल शिफ्ट होया। हुण जिथे एग्रीगेट डिमांड ते एग्रीगेट सप्लाई एक दूजे के बराबर है, मान लो ये E1 पॉइंट है, E1 पॉइंट के उत्ते एग्रीगेट डिमांड एग्रीगेट सप्लाई के बराबर है। इत्थे इनकम ते इंप्लायमेंट का इक्विलिब्रियम लेवल डिटरमिन हो रहा है। Y1 लेवल है इनकम का ते आउटपुट का, इनकम का ते इंप्लायमेंट का, जिहड़ा एग्रीगेट डिमांड ते एग्रीगेट सप्लाई की इक्वैलिटी ने डिटरमिन किया। हुण इसे Y1 लेवल के सामने आपां सेविंग ते इन्वेस्टमेंट नूं भी बराबर करना है, बराबर होना चाहिए। ये Y1 लेवल है इनकम का। तो इस तरह का इत्थे तुसीं इन्वेस्टमेंट कर्व बनाउणा। आपां इन्वेस्टमेंट कर्व का आपां नूं पता ही है कि OX एक्सिस दे पैरेलल हुंदा है। ये I0 इन्वेस्टमेंट है। इन्वेस्टमेंट कर्व इत्थे सेविंग ते इन्वेस्टमेंट एक दूजे के बराबर है। इस पॉइंट के उत्ते सेविंग ते इन्वेस्टमेंट एक दूजे के बराबर है। इनकम का Y1 लेवल है, उपर भी Y1 लेवल के उत्ते एग्रीगेट डिमांड एग्रीगेट सप्लाई के बराबर है। तो केन्स के अकॉर्डिंग इनकम तो इंप्लायमेंट डिटरमीनेशन हो गया। जिथे एग्रीगेट डिमांड एग्रीगेट सप्लाई के बराबर होंदी है, सेविंग इन्वेस्टमेंट के बराबर होंदी है, तो उत्थे इनकम तो इंप्लायमेंट का इक्विलिब्रियम लेवल डिटरमिन हो रहा है। हाँ भी निचला जिहड़ा B डायग्राम है ये आपां X एक्सिस ते इनकम तो Y एक्सिस ते सेविंग ते इन्वेस्टमेंट नूं शो किया है। सेविंग कर्व पॉजिटिव स्लोप वाला, इन्वेस्टमेंट कर्व OX एक्सिस दे पैरेलल है। कंजम्पशन कर्व पॉजिटिव स्लोप वाला है, इनकम कर्व तो नीवा है इस पॉइंट तो मगरों, क्योंकि कंज्यूमर ने इनकम दे वधन जदों दी इनकम Y0 तो वधन लग जाती है तो उदों सेविंग करनी शुरू कर दिंदा। इस करके जिवें जिवें उहदी इनकम वध रही है उवें उवें कंजम्पशन दे विच चेंज नहीं हुंदा, उन्ना उहदा कंजम्पशन चेंज नहीं हुंदा। ये एग्रीगेट डिमांड कर्व जिहदे च आपां इन्वेस्टमेंट नूं जोड़ता, कंजम्पशन कर्व दे विच इन्वेस्टमेंट नूं जोड़ के प्राप्त किया। ये इसे दे पैरेलल शिफ्ट होया क्योंकि इन्वेस्टमेंट की इक्को जी मात्रा ये शामिल की गई है। एग्रीगेट डिमांड है C+I। तो E1 पॉइंट है जिहड़ा इक्विलिब्रियम का पॉइंट है जिथे एग्रीगेट डिमांड एग्रीगेट सप्लाई के बराबर है। E1 पॉइंट B डायग्राम च भी इक्विलिब्रियम पॉइंट है जिथे सेविंग तो इन्वेस्टमेंट एक दूजे के बराबर है। थैंक यू स्टूडेंट्स।